ਸਰਕਾਰੀ ਖਰੀਦ ਏਜੰਸੀ ਐਫਸੀਆਈ ਦੀ ਚਿੱਠੀ ਬਾਅਦ ਪੰਜਾਬ ਦੇ ਵਿੱਚ ਹਲਚਲ ਵੇਖੀ ਜਾ ਰਹੀ ਹੈ। ਫੈਸਲੇ ਮੁਤਾਬਕ ਫਸਲ ਵੇਚਣ ਮੌਕੇ ਕਿਸਾਨ ਜ਼ਮੀਨ ਦਾ ਰਿਕਾਰਡ ਦੇਣ ਅਤੇ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ ਕੀਤੀ ਜਾਵੇਗੀ। ਇਹਨਾਂ ਹਾਲਾਤਾਂ 'ਚ ਕਿਸਾਨ ਅਤੇ ਆੜ੍ਹਤੀਏ ਪ੍ਰਭਾਵਿਤ ਹੋ ਰਹੇ ਨੇ। ਅਜਿਹੇ 'ਚ ਇਹਨਾਂ ਦੋਵਾਂ ਧਿਰਾਂ ਨੂੰ ਸਭ ਤੋਂ ਪਹਿਲਾਂ ਸੁਣਦੇ ਹਾਂ। ਇੱਕ ਪਾਸੇ ਕਿਸਾਨ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ ਉੱਤੇ ਡਟੇ ਹੋਏ ਨੇ। ਦੂਜੇ ਪਾਸੇ ਜਦੋਂ ਹੁਣ ਕਣਕ ਦੀ ਵਾਢੀ ਸਿਰ ਉੱਤੇ ਹੈ ਤਾਂ ਅਜਿਹੇ 'ਚ ਕੇਂਦਰੀ ਏਜੰਸੀ ਐਫਸੀਆਈ ਦੇ ਇੱਕ ਫੈਸਲੇ ਨੇ ਹਲਚਲ ਪੈਦਾ ਕਰ ਦਿੱਤੀ ਹੈ। ਐਫਸੀਆਈ ਯਾਨੀ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ। ਐਫਸੀਆਈ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰ, ਫੂਡ ਅਤੇ ਪਬਲਿਕ ਦੇ ਅਧੀਨ ਹੈ, ਜੋ ਦੇਸ਼ ਭਰ ਵਿੱਚ ਸਰਕਾਰੀ ਤੌਰ ਉੱਤੇ ਕਿਸਾਨਾਂ ਤੋਂ ਫਸਲ ਖਰੀਦਦੀ ਹੈ। ਇਸੇ ਸਾਲ 4 ਮਾਰਚ ਨੂੰ ਐਫਸੀਆਈ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ। ਇਸ ਚਿੱਠੀ ਦੇ ਵਿੱਚ ਕਿਹਾ ਗਿਆ ਕਿ ਫਸਲ ਵੇਚਣ ਮੌਕੇ ਕਿਸਾਨ ਜ਼ਮੀਨ ਦਾ ਰਿਕਾਰਡ ਦੇਣ, ਕਿਸਾਨਾਂ ਦੇ ਖਾਤਿਆਂ 'ਚ ਸਿੱਧਾ ਪੈਸਾ ਪਾਇਆ ਜਾਵੇਗਾ। ਸਾਲ 2021 'ਚ ਕਣਕ ਦੀ ਖਰੀਦ ਮੌਕੇ ਫੈਸਲਾ ਲਾਗੂ ਹੈ। ਪੰਜਾਬ ਸਰਕਾਰ ਸਾਰਾ ਜ਼ਮੀਨੀ ਰਿਕਾਰਡ ਸਾਂਝਾ ਕਰੇ। ਸਾਡੇ ਖਾਸ ਪ੍ਰੋਗਰਾਮ ਮੁੱਖ ਦੀ ਗੱਲ 'ਚ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਐਫਸੀਆਈ ਦੀ ਮਨਸ਼ਾ ਉੱਤੇ ਕੁਝ ਇਸ ਤਰ੍ਹਾਂ ਸਵਾਲ ਚੁੱਕੇ ਸਨ। ਅੱਜ ਦੀ ਲੇਟੈਸਟ ਗੱਲ ਸੁਣ ਲਓ। ਐਫਸੀਆਈ ਨੂੰ ਚਿੱਠੀ ਜਾਂਦੀ ਹੈ ਬਈ ਅਸੀਂ ਇਸ ਵਾਰੀ ਅਨਾਜ ਦੀ ਖਰੀਦ ਨਹੀਂ ਕਰਨੀ। ਸਟੇਟਸ ਆਪਣੇ ਤੌਰ ਤੇ ਜਿਹੜੀ ਖਰੀਦ ਕਰਨਗੀਆਂ, ਖਾਸ ਤੌਰ ਤੇ ਪੰਜਾਬ ਵਿੱਚ ਸਟੇਟ ਦੀਆਂ ਏਜੰਸੀਆਂ ਖਰੀਦ ਕਰਨਗੀਆਂ, ਉਹ ਆਪਣਾ ਢੰਗ ਆਪ ਅਪਣਾਉਣਗੀਆਂ। ਅਸੀਂ ਜਿਹੜੀ ਉਹਨਾਂ ਦੀ ਲੋੜ ਵਾਸਤੇ ਉਹ ਲੈ ਲਾਂਗੇ, ਬਾਕੀ ਜਿੰਨੀ ਕੁ ਸਾਨੂੰ ਲੋੜ ਹੋਈ ਅਸੀਂ ਉਹਨਾਂ ਤੋਂ ਲੈ ਲਾਂਗੇ। ਉਹਦਾ ਫੇਰ ਪ੍ਰੈਸ਼ਰ ਬਿਲਡ ਹੋਇਆ। ਹੁਣ ਚਿੱਠੀ ਗਈ ਹੈ ਵੀ ਅਸੀਂ ਚਲੋ ਆਹ ਸੀਜ਼ਨ ਅਸੀਂ ਖਰੀਦ ਲੈਂਦੇ ਹਾਂ, ਪਰ ਅਸੀਂ ਪੇਮੈਂਟ ਜਿਹੜੀ ਉਹ ਡਾਇਰੈਕਟ ਕਰਾਂਗੇ ਕਿਸਾਨ ਨੂੰ, ਇੱਦਾਂ ਦਾ ਵਗੈਰਾ ਵਗੈਰਾ ਕਰਕੇ। ਇਹ ਬੜੀ ਸਾਫ਼ ਹੈ ਵੀ ਆਹ ਸੀਜ਼ਨ ਅਸੀਂ ਖਰੀਦ ਲੈਂਦੇ ਹਾਂ। ਇਹ ਹਰ ਪੈਰ ਤੇ ਸਾਨੂੰ ਲੱਗਦਾ ਹੈ ਵੀ ਇਹ ਭੱਜਣ ਦੀ ਤਿਆਰੀ 'ਚ ਨੇ, ਤਾਂ ਲੋਕਾਂ ਦਾ ਪ੍ਰੈਸ਼ਰ ਹੈ ਉਦੋਂ ਤੱਕ ਰਹੇ ਨੇ। ਐਫਸੀਆਈ ਦੀਆਂ ਇਨ੍ਹਾਂ ਹਦਾਇਤਾਂ ਮਗਰੋਂ ਸਭ ਤੋਂ ਵੱਧ ਅਤੇ ਸਿੱਧੇ ਤੌਰ ਉੱਤੇ ਆੜ੍ਹਤੀਏ ਅਤੇ ਕਿਸਾਨ ਪ੍ਰਭਾਵਿਤ ਹੋਣਗੇ। ਅਜਿਹੇ 'ਚ ਕਿਸਾਨਾਂ ਦੇ ਖਦਸ਼ੇ ਸੁਣੋ। ਹੁਣ ਵੇਖੋ ਵੀਰ ਜੀ, ਜਿਸ ਤਰ੍ਹਾਂ ਮੇਰੇ ਕਿਸਾਨੀ ਅੰਦੋਲਨ ਦੇ ਵਿੱਚ ਲੱਗੀ ਸੱਟ, ਲੱਤ ਮੇਰੀ ਟੁੱਟ ਗਈ, ਤੇ ਹੁਣ ਸਾਨੂੰ ਜਿਹੜਾ ਇਹਨਾਂ ਨੇ ਜਿਹੜੀ ਸਾਡੀ ਫਸਲ ਆ ਉਹਦੀ ਜਿੰਨੀ ਵੀ ਕਮਾਈ ਆ ਸਾਨੂੰ ਛਮਾਈ ਦੀ ਛਮਾਈ ਦੇਣਗੇ ਨਾ ਗੌਰਮੈਂਟ ਤੇ। ਹੁਣ ਮੇਰੇ ਸੱਟ ਲੱਗ ਗਈ, ਮੈਂ ਐਮਰਜੈਂਸੀ ਜਾ ਕੇ ਆਪਣੇ ਆੜ੍ਹਤੀਏ ਦੇ ਕੋਲੋਂ ਪੈਸੇ ਫੜ ਕੇ ਲਿਆਂਦੇ, ਚੁੱਕੇ ਆ। ਇਹ 26 ਜਨਵਰੀ ਨੂੰ ਲੱਗੀ ਆ ਜੀ, ਤੇ ਉਸ ਦਿਨ ਮੇਰਾ ਐਕਸੀਡੈਂਟ ਹੋਇਆ। ਜੇ ਹੁਣ ਸਾਡਾ ਅਸੀਂ ਸਰਕਾਰ ਦੇ ਕੋਲ ਲੈਂਡ ਰਿਕਾਰਡ ਸਾਡੇ ਕੋਲ ਮੰਗਦੀ ਆ, ਅਸੀਂ ਉਹਨੂੰ ਲੈਂਡ ਰਿਕਾਰਡ ਕਿਉਂ ਦੇਈਏ? ਉਹਨਾਂ ਕੋਲ ਤਾਂ ਆਲਰੇਡੀ ਲੈਂਡ ਰਿਕਾਰਡ ਸਾਡਾ ਹੈਗਾ ਆ। ਪਟਵਾਰੀ ਦੇ ਕੋਲ ਜਾਣਾ, ਉਹਦੇ ਕੋਲ ਜਾ ਕੇ ਪੁੱਛ ਲੈਣ ਵੀ ਹਾਂ ਵੀ ਇਹਨਾਂ ਦਾ ਕਿੰਨੀ ਜਾਇਦਾਦ ਤੇ ਕਿੰਨੀ ਨਹੀਂ ਆ। ਹੁਣ ਜਿਹੜੀ ਮੇਰੀ 15 ਕਿੱਲੇ ਜ਼ਮੀਨ ਆ, ਇਹ 15 ਕਿੱਲੇ ਮੇਰੀ ਆ, 15 ਕਿੱਲੇ ਮੈਂ ਠੇਕੇ ਦੇ ਲਈ ਆ। ਠੇਕੇ ਵਾਲਾ ਤਾਂ ਮੇਰੇ ਕੋਲ ਆਲਰੇਡੀ ਪੈਸੇ ਲੈ ਗਿਆ, ਠੀਕ ਨਹੀਂ? ਤੇ ਜੇ ਹੁਣ ਮੈਨੂੰ ਉਹ ਚੈੱਕ ਰਾਹੀਂ ਪੇਮੈਂਟ ਦੇਣਗੇ ਤੇ ਮੈਂ ਜੇ ਉਹਨੂੰ ਦਊਂਗਾ, ਉਹ ਹੁਣ ਮੇਰਾ ਜਿਹੜੀ ਮੈਂ 15 ਕਿੱਲੇ ਜ਼ਮੀਨ ਲਈ, ਉਹ ਮੇਰੇ ਤਾਇਆ ਜੀ ਦੀ, ਉਹ ਫੋਰਨ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਮੈਂ ਕਿੱਦਾਂ ਦਊਂਗਾ ਪੇਮੈਂਟ ਉਹਨਾਂ ਨੂੰ? ਇਹ ਕਿਸਾਨ ਤੇ ਆੜ੍ਹਤੀ ਦੇ ਨਾਲ ਨਾਤਾ ਤੋੜਨ ਵਾਸਤੇ ਇਹ ਸਾਰਾ ਕੁਝ ਗਿਣੀ ਮਿੱਥੀ ਚਾਲ ਆ। ਇਹ ਇੱਕ ਜਿਹੜਾ ਸਟੈਪ ਆ, ਇਹ ਪ੍ਰਾਈਵੇਟੇਸ਼ਨ ਜਿਹੜੀ ਅੱਜ ਡਾਇਰੈਕਟਲੀ ਸਾਈਡ ਤੇ ਕਰਕੇ ਇਹਦੇ ਮਗਰ ਵੀ ਇੱਕ ਬੜੀ ਵੱਡੀ ਨੀਤੀ ਚੱਲ ਰਹੀ ਆ। ਇਹ ਉਸ ਤਹਿਤ ਤੇ ਜੋ ਚਿੱਠੀਆਂ ਆ ਰਹੀਆਂ, ਇਹ ਅਡਾਨੀ ਜਾਂ ਪ੍ਰਾਈਵੇਟ ਜਾਂ ਵਿਦੇਸ਼ੀ ਕੰਪਨੀਆਂ ਦੇ ਹੱਕ ਦਾ ਹੀ ਇੱਕ ਸਟੈਪ ਆ ਜੀ। ਵੇਖੋ, ਲੈਂਡ ਰਿਕਾਰਡ ਦੇਣ 'ਚ ਕੋਈ ਪ੍ਰੋਬਲਮ ਨਹੀਂ, ਪਰ ਹੈ ਇੱਦਾਂ ਵਾ ਜੀ। ਅਸੀਂ 2 ਭਰਾਵਾਂ, ਮੇਰਾ ਬ੍ਰਦਰ ਅੱਜ ਤੋਂ 30 ਸਾਲ ਤੋਂ ਉੱਪਰ ਫੋਰਨ 'ਚ ਰਹਿ ਰਿਹਾ ਜੀ, ਪਰ ਉਹਨਾਂ ਦੀ ਜ਼ਮੀਨ ਜਿਹੜੀ ਹਿੱਸੇ ਦੀ ਮੇਰੇ ਕੋਲ ਜਿਹੜੀ ਆ ਮੈਂ ਵਾਹ ਰਿਹਾ। ਤੇ ਜੇ ਅੱਜ ਜਿਹੜੀ ਆ ਜੇ ਕੋਈ ਚੈੱਕ ਬਣਨਾ, ਜਿਹੜੀ ਪੇਮੈਂਟ ਬਣਨੀ ਆ, ਜੋ ਮੇਰੇ ਬ੍ਰਦਰ ਦੇ ਨਾਂ ਤੇ ਜਿਹੜੀ ਇੱਕ ਚੈੱਕ ਬਣ ਜਾਂਦਾ, ਉਹ ਫੋਰਨ ਦੇ ਵਿੱਚ ਕੈਸ਼ ਕਿੱਦਾਂ ਆਊਗਾ? ਉਹ ਕਿੱਥੇ ਜਾਊਗੀ? ਉਹ ਪੇਮੈਂਟ ਕਿੱਧਰ ਜਾਊਗੀ? ਉਹਨਾਂ ਦਾ ਇੱਥੋਂ ਤਾਈਂ ਵੀ ਉਹਨਾਂ ਦਾ NRI ਅਕਾਊਂਟ ਜਿਹੜਾ ਵਾ, ਜੇ NRI ਅਕਾਊਂਟ ਉਹਨਾਂ ਦਾ ਇੰਡੀਆ 'ਚ ਖਿਲਾ ਲੈਂਦੇ ਆ ਤੇ NRI ਅਕਾਊਂਟ 'ਚ ਇੰਡੀਅਨ ਕਰੰਸੀ ਕੈਸ਼ ਹੀ ਨਹੀਂ ਹੁੰਦੀ, ਉਹ ਚੈੱਕ ਹੀ ਨਹੀਂ ਲੱਗਣਾ। ਕੀ ਕਰਾਂਗੇ ਜੀ? ਉਹਨਾਂ ਦੀ ਪੇਮੈਂਟ ਜਿਹੜੀ ਅੱਧ ਦੀ ਪੇਮੈਂਟ ਆ ਉਹ ਕਿੱਥੇ ਜਾਊਗੀ? ਮੇਰੇ ਕੋਲ ਠੇਕੇ ਤੇ ਜ਼ਮੀਨ ਆ, ਠੇਕੇ ਵਾਲਾ ਪੇਮੈਂਟ ਲੈ ਚੁੱਕਿਆ। ਉਹ ਹੁਣ ਜਿਹੜੀ ਆ ਉਹਨਾਂ ਦੀ ਠੇਕੇ ਵਾਲਿਆਂ ਦਾ ਰਿਕਾਰਡ ਦਿੰਦੇ ਆ, ਉਹ ਜਿਹੜੀ ਪੇਮੈਂਟ ਆ ਉਹ ਠੇਕੇ ਵਾਲੇ ਦੇ ਖਾਤੇ 'ਚ ਚਲੇ ਜੂਗੀ। ਅਸੀਂ ਕੀ ਕਰਾਂਗੇ? ਆੜ੍ਹਤੀਆਂ ਦਾ ਤੇ ਜਿਹੜਾ ਕਿਸਾਨ ਦਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਚੱਲਿਆ ਆਉਂਦਾ ਵਾ,
ਉਹ ਜਿਹੜਾ ਸਰਕਾਰ ਸਾਨੂੰ ਪਾੜਨਾ ਚਾਹੁੰਦੀ ਆ, ਸਾਨੂੰ ਪਾੜ ਕੇ ਤੇ ਜਿਹੜਾ ਇਹ ਸਾਡਾ ਜਿਹੜਾ ਕਣਕ ਦਾ ਜਿਹੜਾ ਸਾਡਾ ਜ਼ਮੀਨ ਦਾ ਜਿੰਨਾ ਵੀ ਢਾਂਚਾ ਵਾ, ਇਹ ਅਡਾਨੀਆਂ ਅੰਬਾਨੀਆਂ ਨੂੰ, ਪ੍ਰਾਈਵੇਟ ਕੰਪਨੀਆਂ ਨੂੰ ਦੇਣ ਵਾਸਤੇ ਸਿਰਫ ਇਹ ਰਾਹ ਪੱਧਰਾ ਡਿਆ ਕਰਨ। ਕਿਉਂਕਿ ਇਹ ਸਰਕਾਰਾਂ, ਜਦੋਂ ਅਸੀਂ ਸਰਕਾਰ ਨੂੰ ਕਣਕ ਵੇਚਣੀ ਆ, ਜੇ ਅਸੀਂ ਕਣਕ ਜ਼ਮੀਨ ਦੇ ਵਿੱਚੋਂ ਤਿਆਰ ਕੀਤੀ ਆ, ਤੇ ਜੇ ਜ਼ਮੀਨ 'ਚੋਂ ਕਣਕ ਤਿਆਰ ਕਰਕੇ ਤੇ ਮੰਡੀ ਦੇ ਵਿੱਚ ਲੈ ਕੇ ਜਾਣੀ ਆ, ਉਹਦੇ ਵਿੱਚ ਤੇ ਆੜ੍ਹਤੀਏ ਨੂੰ ਤੇ ਜਾਂ ਕਿਸਾਨ ਦੇ ਨਾਲ ਜਾਂ ਪੇਪਰ ਮੰਗਣ ਦੀ ਉੱਥੇ ਗੱਲ ਹੋਰ ਕੋਈ ਤੋਕ ਹੀ ਨਹੀਂ ਬਣਦੀ। ਲੈਂਡ ਰਿਕਾਰਡ ਕਿਉਂ ਨਹੀਂ ਦੇਣਾ ਚਾਹੁੰਦੇ ਵੈਸੇ ਕਿਸਾਨ ਦੀ ਪ੍ਰੋਬਲਮ? ਮੈਂ ਉਹੀ ਲੱਗਾ ਗੱਲ ਕਰਨ ਵੀ ਇਹਨਾਂ ਲੈਂਡ ਰਿਕਾਰਡ ਵੇਖਣਾ ਵਾ। ਜੇ ਲੈਂਡ ਰਿਕਾਰਡ ਹੀ ਇਕੱਲਾ ਵੇਖਣਾ ਤੇ ਸਾਡਾ ਲੈਂਡ ਰਿਕਾਰਡ ਵੇਖ ਕੇ ਸਾਡੇ ਚੈੱਕ ਬਣਾ ਦੇਣਾ, ਕਿਉਂਕਿ ਫਿਰ ਕਣਕ ਨਹੀਂ ਨਾ ਵੇਖਣੀ ਇਹਨਾਂ। ਇੱਕ ਪਾਸੇ ਕਣਕ ਵੇਖਣੀ ਆ, ਇੱਕ ਪਾਸੇ ਲੈਂਡ ਰਿਕਾਰਡ ਵੇਖਣਾ। ਲੋਕਾਂ ਨੇ ਕਣਕ ਖਾਣੀ ਹੈ ਕਿ ਲੈਂਡ ਰਿਕਾਰਡ ਖਾਣਾ ਵਾ? ਆੜ੍ਹਤੀਆਂ ਦਾ ਰਿਸ਼ਤਾ ਦੇ ਬਿਲਕੁਲ ਪ੍ਰਭਾਵਿਤ ਹੋਣਗੇ, ਕਿਉਂਕਿ ਜਿਨ੍ਹਾਂ ਲੋਕਾਂ ਨੇ ਪਹਿਲੋਂ ਲੈ ਕੇ ਪੈਸੇ ਲੋਕਾਂ ਨੇ ਆਪਣੇ ਕੋਈ ਦੁੱਖ ਤਕਲੀਫਾਂ ਦੇ ਜਾਂ ਆਪਣੇ ਵਿਆਹਾਂ ਸ਼ਾਦੀਆਂ ਦੇ ਲੈ ਕੇ ਵਰਤੇ ਆ, ਉਹ ਜਿਹੜੇ ਜਦੋਂ ਕਿਸਾਨ ਦੇ ਖਾਤੇ ਦੇ ਵਿੱਚ ਪੇਮੈਂਟ ਪਹੁੰਚ ਜੂਗੀ ਤੇ ਉਹ ਜਿਹੜਾ ਪੇਮੈਂਟ ਤੇ ਕਿਸਾਨ ਦੇ ਖਾਤੇ 'ਚ ਪਹੁੰਚ ਗਈ ਤੇ ਆੜ੍ਹਤੀਆ ਕੀ ਕਰੂਗਾ? ਆੜ੍ਹਤੀਆ ਪੇਮੈਂਟ ਕਿੱਥੋਂ ਲਊਗਾ? ਆੜ੍ਹਤੀਆਂ ਦਾ ਵੀ ਕਹਿਣਾ ਹੈ ਕਿ ਸਰਕਾਰ ਦਾ ਫੈਸਲਾ ਦੋਵੇਂ ਧਿਰਾਂ ਦੇ ਵਿਰੋਧੀ ਹੈ। ਕਾਰਨ ਵੀ ਸੁਣ ਲਓ। ਵੇਖ ਹੀ ਰਹੇ ਹੋ ਕਿੰਨੇ ਲੰਮੇ ਸਮੇਂ ਤੋਂ ਜਿਹੜੇ ਕਿਸਾਨ ਆ ਸੰਘਰਸ਼ ਕਰ ਰਿਹਾ। 100 ਦਿਨ ਤੋਂ ਅੱਜ ਜ਼ਿਆਦਾ ਚਿਰ ਹੋ ਗਿਆ ਉਹਨਾਂ ਨੂੰ ਦਿੱਲੀ ਦੇ ਵਿੱਚ ਸੜਕਾਂ ਤੇ ਰੋਲ ਰਹੇ ਆ। ਉਸ ਮਸਲੇ ਨੂੰ ਤੇ ਸੈਂਟਰ ਸਰਕਾਰ ਨੇ ਹੱਲ ਨਹੀਂ ਕੀਤਾ ਤੇ ਇੱਕ ਨਵਾਂ ਹੀ ਕਿਸਾਨਾਂ ਤੇ ਆੜ੍ਹਤੀਆਂ ਦੇ ਬੋਝ ਜਿਹੜਾ ਹੋਰ ਪਾ ਦਿੱਤਾ ਵੀ ਉਹ ਜਿਹੜੀ ਪੇਮੈਂਟ ਆ ਮਤਲਬ ਸਿੱਧੀ ਕਿਸਾਨ ਦੇ ਖਾਤੇ ਜਾਊਗੀ। ਇੱਕ ਜਿਹੜਾ ਆੜ੍ਹਤੀ ਦਾ ਤੇ ਕਿਸਾਨ ਦਾ ਰਿਸ਼ਤਾ ਵਾ ਕਮ ਸੇ ਕਮ 70 ਸਾਲ ਤੋਂ ਚੱਲਦਾ ਆ ਰਿਹਾ, ਵਧੀਆ ਤਰੀਕੇ ਨਾਲ ਚੱਲ ਰਿਹਾ। ਨਾ ਕਿਸਾਨ ਉਹਦੇ 'ਚ ਪਰੇਸ਼ਾਨ ਹੈ ਤੇ ਨਾ ਆੜ੍ਹਤੀਆ ਪਰੇਸ਼ਾਨ ਹੈ। ਕਿਸਾਨ ਕਦੀ ਵੀ ਨਹੀਂ ਇਹ ਗੱਲ ਚਾਹੁੰਦਾ। ਤੁਸੀਂ ਪੂਰੇ ਪੰਜਾਬ ਝਾਤੀ ਮਾਰ ਕੇ ਵੇਖ ਲਓ, ਗੱਲ ਕਰਕੇ ਵੇਖ ਲਓ ਕਿਸਾਨਾਂ ਨਾਲ। ਕਿਸਾਨ ਇੱਕ ਵੀ ਕਿਸਾਨ ਨਹੀਂ ਜਿਹੜਾ ਆਵਾਜ਼ ਉਠਾਉਂਦਾ ਵੀ ਮੈਨੂੰ ਪੇਮੈਂਟ ਸਿੱਧੀ ਚਾਹੀਦੀ ਹੈ, ਕਿਉਂਕਿ ਉਹ 70 ਸਾਲ ਤੋਂ ਜਿਹੜਾ ਸਿਸਟਮ ਚੱਲੀ ਆ ਰਿਹਾ। ਕਿਸਾਨ ਜਿਹੜਾ ਵਾ ਉਹ ਮਤਲਬ ਆੜ੍ਹਤੀ ਨਾਲ ਜੁੜਿਆ ਵਾ। ਆੜ੍ਹਤੀ ਜਿਹੜਾ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਦਾ, ਉਹਦੇ ਬਦਲੇ ਜਿਹੜਾ ਕਿਸਾਨ ਹੈ ਉਹ ਵੀ ਆਪਣੀ ਫਸਲ ਜਿਹੜੀ ਜਦੋਂ ਪੱਕਦੀ ਹੈ 6 ਮਹੀਨੇ ਬਾਅਦ ਲੈ ਕੇ ਆੜ੍ਹਤੀ ਕੋਲ ਆਉਂਦਾ, ਆਪਣਾ ਪਿਛਲਾ ਹਿਸਾਬ ਕਿਤਾਬ ਕਰਦਾ। ਆੜ੍ਹਤੀ ਨੂੰ ਵੀ ਉਹਦੇ ਵਿੱਚੋਂ ਕਮਿਸ਼ਨ ਮਿਲਦੀ ਹੈ ਤੇ ਦੋਵਾਂ ਦਾ ਗੁਜ਼ਾਰਾ ਵਧੀਆ ਚੱਲਦਾ। ਇਹ ਤੇ ਜਿਹੜਾ ਸਰਕਾਰ ਨੇ ਫੈਸਲਾ ਲਿਆ, ਇਹ ਦੋਵਾਂ ਤਰ੍ਹਾਂ ਨੂੰ ਮਾਰਨ ਵਾਲੀ ਗੱਲ ਹੈ। ਸਰਕਾਰ ਦੀ ਇਹ ਨੀਤੀ ਬਹੁਤ ਗਲਤ ਹੈ। ਪੰਜਾਬ ਵਿੱਚ ਕਿਸਾਨ ਅਤੇ ਆੜ੍ਹਤੀਏ ਦੇ ਰਿਸ਼ਤੇ ਨੂੰ 9 ਮਾਸ ਦਾ ਰਿਸ਼ਤਾ ਦੱਸਿਆ ਜਾਂਦਾ ਹੈ। ਦੋਵੇਂ ਧਿਰਾਂ ਦਾ ਇੱਕ ਦੂਜੇ ਬਿਨਾਂ ਗੁਜ਼ਾਰਾ ਨਹੀਂ। ਅਜਿਹੇ 'ਚੋਂ ਕੇਂਦਰ ਦੇ ਫੈਸਲੇ ਨੂੰ ਇੱਕ ਮਾਰੂ ਫੈਸਲਾ ਦੱਸ ਰਹੇ ਨੇ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ FCI ਦੇ ਫੈਸਲੇ ਤੇ ਗਰਮਾਈ ਸਿਆਸਤ ਨੂੰ ਵੇਖਾਂਗੇ। FCI ਦੇ ਫੈਸਲੇ ਤੇ ਸਿਆਸਤ ਗਰਮਾਈ ਹੋਈ ਹੈ। ਮਾਮਲਾ ਸੰਸਦ ਦੇ ਵਿੱਚ ਵੀ ਉੱਠਿਆ ਹੈ। ਅਜਿਹੇ ਦੇ ਵਿੱਚ ਕੇਂਦਰ ਸਰਕਾਰ ਦੇ ਤਰਕ ਤੋਂ ਲੈ ਕੇ तमाम ਵਿਰੋਧੀ ਧਿਰਾਂ ਨੂੰ ਵੀ ਸੁਣਦੇ ਹਾਂ। ਦੇਸ਼ ਦੀ ਸੰਸਦ ਅੰਦਰ ਵੀ ਕਿਸਾਨਾਂ ਲਈ FCI ਦੇ ਫੈਸਲੇ ਦਾ ਮਾਮਲਾ ਉੱਠਿਆ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਲਜ਼ਾਮ ਲਾਇਆ ਕਿ ਕੇਂਦਰ ਰਾਜਾਂ ਦੇ ਅਧਿਕਾਰ ਖੇਤਰ 'ਚ ਦਖਲ ਦੇ ਰਹੀ है। आज सरकार ने एक और नया नोटिफिकेशन FCI ने निकाल दिया है कि सरकारी प्रोक्योरमेंट जो हमारे देश की, हमारे राज्य की इकोनॉमी जिस पे डिपेंडेंट है, वो सरकारी प्रोक्योरमेंट FCI उन्हीं से करेगी जो किसान अपने लैंड रिकॉर्ड्स अपलोड करेंगे। मैं उस राज्य से आती हूँ सर, जहाँ पे 40% वैसे लोग हैं जिनकी जमीनें नहीं है। कोई अपने राज्य से बाहर गया है तो अपना जमीन ठेके में दे देता है। कोई विदेश में बैठा है वो अपना जमीन ठेके में दे देता है। उसके पास जमीन नहीं है, किसी जमींदार से लेके देता है। अब FCI के सर्कुलर के हिसाब से जब तक वो लैंड रिकॉर्ड अपलोड नहीं करेगा, FCI सरकारी खरीद नहीं करेगी, तो ये 40% ये बेजमीन वाले किसान कहाँ जाए? ये नई नई चीजें। दूसरी बात सर, ये कह रहे हैं विकल्प दिया है। हमारे स्टेट का APMC एक्ट क्लियरली 2003-13 से किसान को ये राइट देता है कि वो कमीशन एजेंट के थ्रू बेचे या डायरेक्ट बेचे। ये कहते हैं FCI एक्ट में ये कोई संशोधन नहीं करेंगे, स्टेट एक्ट से इंटरफेयर नहीं करेंगे, डायरेक्ट इंटरफेरेंस है। फेडरल स्ट्रक्चर के हर एक चीज में इंटरफेयर करके जो अच्छा खासा चल रहा है उसको तोड़ने के काम कर रहे हैं। क्यों कर रहे हैं? ਹਰਸਿਮਰਤ ਬਾਦਲ ਦੇ ਇਹਨਾਂ ਸਵਾਲਾਂ ਦਾ ਜਵਾਬ ਸੰਸਦ ਅੰਦਰ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਖਰੀਦ ਪ੍ਰਬੰਧਾਂ 'ਚ ਪਾਰਦਰਸ਼ਤਾ ਲਿਆ ਰਹੀ ਹੈ।
मेरी बहन अभी तक तो मंत्रिमंडल में ही ये सब विषयों को स्वीकार करके और एक पारदर्शी तरीके से देश में काम हो, देश में प्रोक्योरमेंट हो, उसके लिए बहुत उत्तेजना के साथ काम करा करती थी। मुझे समझ नहीं आ रहा है कि आज वो कैसे भूल गई हैं कि इस देश की प्रतिबद्धता है, इस देश की जनता की संकल्प है कि इस देश में पारदर्शी व्यवस्थाएं हो, इस देश में गलत कामों को रोका जाए और उसी के तहत पूरे देश में आज एफसीआई की प्रोक्योरमेंट बहुत अच्छी तरीके से चल रही है। देश भर के किसान अपनी उपज का मूल सीधा सरकार से लेते हैं, डिजिटली लेते हैं, लेकिन मात्र एक राज्य है जहां पे वो कहते हैं कि नहीं, हम किसान को पूरी मूल नहीं देंगे, हम किसान के खाते में पैसा नहीं डालेंगे। और उसके पीछे क्या हेतु है, क्या उसके पीछे उनकी परिकल्पना है, क्या वो किसानों का पैसा हड़पना चाहते हैं, क्या वो किसानों को पूरी मूल नहीं पहुंचाना चाहते हैं? मैं समझता हूं कि हमें पूछने के बदले जैसे पहले वो राज्य सरकार को पूछा करती थी, वैसे वो राज्य सरकार को पूछे कि आज पारदर्शी व्यवस्था मोदी सरकार किसानों के हित में ला रही है, मोदी सरकार किसानों को पूरा दाम दिला रही है। और रही बात लैंड रिकॉर्ड की, किसानों से ही तो खरीदेंगे, जिसकी भी लैंड है लैंड रिकॉर्ड अपडेट कर दे कि मैंने इसको किराए पे दिया हुआ है, तो खरीदने में तो कोई हमने मना नहीं किया है। लेकिन लैंड रिकॉर्ड नहीं अपडेट करना, लैंड में कितना उपज हुआ है, आखिर जमीन का एक उपज तो पता चलेगा। ऐसा तो नहीं हो सकता कि 2 एकड़ जमीन पे कितना भी अनाज उग सके। मैं समझता हूँ माननीय सांसद को आपके माध्यम से बताना चाहूँगा, एक अच्छी ईमानदार पारदर्शी व्यवस्था किसानों के हित में, किसानों को पूरा पैसा मिले और गलत जगह इस देश के करदाताओं का पैसा ना जाए। ਪੰਜਾਬ ਵਿੱਚ ਵੀ ਇਸ ਮੁੱਦੇ ਉੱਤੇ ਸਿਆਸਤ ਗਰਮਾ ਗਈ ਹੈ। ਕਾਂਗਰਸ ਦਾ ਕਹਿਣਾ ਹੈ ਕਿ ਐਫਸੀਆਈ ਦੇ ਫੈਸਲੇ ਨਾਲ ਕਿਸਾਨ ਅਤੇ ਆੜ੍ਹਤੀਏ ਦਾ ਰਿਸ਼ਤਾ ਟੁੱਟ ਸਕਦਾ ਹੈ। ਅਜਿਹਾ ਕਾਂਗਰਸ ਸਰਕਾਰ ਨਹੀਂ ਹੋਣ ਦੇਵੇਗੀ। ਦੇਖੋ ਨਾ ਤਾਂ ਇਹਦੇ ਲਈ ਪੰਜਾਬ ਸਰਕਾਰ ਤਿਆਰ ਹੈ ਔਰ ਨਾ ਹੀ ਆੜ੍ਹਤੀਏ ਜਾਂ ਕਿਸਾਨ ਤਿਆਰ ਨੇ। ਇਹ ਜਾਣਬੁੱਝ ਕੇ ਇਹ ਠੋਪੀ ਜਾ ਰਹੀ ਹੈ, ਠੋਸੀ ਜਾ ਰਹੀ ਹੈ ਗੱਲ ਐਫਸੀਆਈ ਵੱਲੋਂ। ਪਤਾ ਨਹੀਂ ਕਿਉਂ ਇਹ ਅੜੀਆ ਰਵੱਈਆ ਕੇਂਦਰ ਸਰਕਾਰ ਐਫਸੀਆਈ ਦੇ ਰਾਹੀਂ ਸਾਡੇ ਇਹ 9 ਮਾਰਚ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨਾ ਚਾਹੁੰਦੀ ਹੈ ਤੇ ਅਸੀਂ ਹੋਣ ਨਹੀਂ ਦਿਆਂਗੇ। ਇਹ ਬੜਾ ਪੁਰਾਣਾ ਰਿਸ਼ਤਾ ਚੱਲਿਆ ਆ ਰਿਹਾ। ਦੇਖੋ ਜ਼ਮੀਨੀ ਹਕੀਕਤ ਹੋਰ ਆ ਤੇ ਕਾਗਜ਼ਾਂ ਦੇ ਵਿੱਚ ਬਹੁਤ ਕੁਝ ਦਰਸਾਇਆ ਜਾਂਦਾ ਹੈ। ਸੋ ਇਸ ਕਰਕੇ ਇਹ ਜਿਹੜਾ ਰਿਸ਼ਤਾ ਅਗਰ ਟੁੱਟ ਗਿਆ, ਦੇਖੋ ਕਿਸਾਨ ਜਿਹੜਾ ਵਾ ਉਹ ਆੜ੍ਹਤੀਏ ਤੇ ਨਿਰਭਰ ਹੈ। ਉਹ ਆਪਣੀ ਫਸਲ ਮੰਡੀਆਂ 'ਚ ਲੈ ਕੇ ਆਉਂਦਾ ਤੇ ਆੜ੍ਹਤੀਏ ਦੇ ਥਰੂ ਉਹ ਫਸਲ ਜਿਹੜੀ ਉਹਦੀ ਵਿਕਦੀ ਆ। ਰਾਤ ਬਰਾਤੇ ਕਿਤੇ ਕੋਈ ਬਿਮਾਰ ਠਮਾਰ ਹੋ ਜੇ, ਕੋਈ ਇੱਕਦਮ ਕੋਈ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਵਿਆਹ ਧਰਿਆ ਜਾਵੇ ਤਾਂ ਕਿਸਾਨ ਜਿਹੜਾ ਵਾ ਉਹ ਬੜੇ ਸੌਖੇ ਤਰੀਕੇ ਨਾਲ ਆੜ੍ਹਤੀਏ ਤੋਂ ਜਿਹੜੇ ਆ ਪੈਸੇ ਵਸੂਲ ਲੈਂਦਾ। ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਹੁਣ ਅਗਰ ਇਹ ਸਿਸਟਮ ਬਣ ਗਿਆ ਤਾਂ ਇਹਦੇ ਨਾਲ ਪੀਡੀਐਸ ਸਿਸਟਮ ਵੀ ਖਰਾਬ ਹੋ ਜਾਏਗਾ ਔਰ ਅਗਰ ਜਦੋਂ ਲੋੜ ਪਊਗੀ ਕਿਸਾਨ ਨੂੰ ਕੀ ਉਹ ਅਡਾਨੀ ਔਰ ਅੰਬਾਨੀ ਤੋਂ ਲਊਗਾ। ਸੋ ਇਸ ਕਰਕੇ ਜਦੋਂ ਸਾਡੀ ਸੂਬਾ ਸਰਕਾਰ ਵੀ ਤਿਆਰ ਨਹੀਂ ਇਸ ਗੱਲ ਦੇ ਲਈ ਤਾਂ ਇਹ ਜਾਣਬੁੱਝ ਕੇ ਉੱਪਰ ਠੋਸਣ ਦੀ ਗੱਲ ਜਿਹੜੀ ਐਫਸੀਆਈ ਕਰ ਰਹੀ ਹੈ। ਉਧਰ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਸਾਰਾ ਫੈਸਲਾ ਕਿਸਾਨਾਂ ਉੱਤੇ ਛੱਡੇ। ਅਸੀਂ ਬਾਦਲ ਸਾਹਿਬ ਵੇਲੇ ਵੀ ਡਾਕਟਰ ਮਨਮੋਹਨ ਸਿੰਘ ਜੀ ਨੇ ਇਹੀ ਫੈਸਲਾ ਕੀਤਾ ਸੀ। ਕੈਬਨਿਟ ਦੀ ਮੀਟਿੰਗ ਸੱਦ ਕੇ ਹਾਊਸ ਨੇ ਔਰ ਉਸ ਵੇਲੇ ਦੀ ਸਰਕਾਰ ਨੇ ਅਸੀਂ ਫੈਸਲਾ ਕੀਤਾ ਕਿ ਕਿਸਾਨ ਦੀ ਮਰਜ਼ੀ ਆ, ਉਹ ਚਾਹੇ ਡਾਇਰੈਕਟ ਲਵੇ ਚਾਹੇ ਉਹ ਆੜ੍ਹਤੀਏ ਥਰੂ ਲਵੇ। ਸਰਕਾਰਾਂ ਦਾ ਇਹਦੇ 'ਚ ਇੰਟਰਫੇਅਰ ਕਰਨ ਦਾ ਕੋਈ ਕੰਮ ਨਹੀਂ। ਔਰ ਉਸ ਵੇਲੇ ਵੀ ਇਹ ਡਾਕਟਰ ਮਨਮੋਹਨ ਸਿੰਘ ਜੀ ਕਾਂਗਰਸ ਦੀ ਸਰਕਾਰ ਇਹਨੂੰ ਲਾਗੂ ਕਰਨਾ ਚਾਹੁੰਦੀ ਸੀ। ਜਿਹੜਾ ਅਸੀਂ ਰੁਕਾਤਾ ਉਹ ਨਹੀਂ ਲਾਗੂ ਹੋਇਆ। ਅੱਜ ਵੀ ਭੈਣ ਜੀ ਨੇ ਪਾਰਲੀਮੈਂਟ ਦੇ ਅੰਦਰ ਇਹ ਗੱਲ ਉਠਾਈ ਹੈ ਕਿ ਕਿਸਾਨ ਦੀ ਮਰਜ਼ੀ ਹੋਵੇ ਕਿ ਉਹਨੇ ਪੇਮੈਂਟ ਕਿਸ ਤਰ੍ਹਾਂ ਲੈਣੀ ਹੈ, ਇਹ 'ਚ ਸਰਕਾਰਾਂ ਦਾ ਕੋਈ ਕੰਮ ਨਹੀਂ। ਦੇਖੋ ਇਸ ਤਰ੍ਹਾਂ ਹੈ, ਪੰਜਾਬ ਦੀ ਸਥਿਤੀ ਸਮਝੋ। ਅੱਧੇ ਤੋਂ ਬਾਅਦ ਬੜੀ ਵੱਡੀ ਗਿਣਤੀ 'ਚ ਲੋਕ ਐਨਆਰਆਈ ਬੈਠੇ, ਵੱਡੀ ਗਿਣਤੀ 'ਚ ਲੋਕ ਠੇਕੇ ਤੇ ਜ਼ਮੀਨ ਲੈਂਦੇ ਆ ਤੇ ਜੇ ਲੈਂਡ ਓਨਰ ਨੂੰ ਜਾਣ ਲੱਗ ਗਈ ਤੇ ਠੇਕੇ ਵਾਲਾ ਦਾ ਖਰਚਾ ਸਾਰਾ ਠੇਕੇ ਵਾਲਾ ਉਹ ਕਿੱਧਰ ਜਾਊ? ਐਨਆਰਆਈ ਕੋਲ ਜਾਣ ਲੱਗ ਗਈ ਜਿਹਨੇ ਠੇਕੇ ਤੇ ਲਿਆ ਉਹਦਾ ਕੀ ਬਣੂ? ਇਸ ਲਈ ਕਈ ਕਾਰਨ ਨੇ। ਕਿੱਥੇ ਅੱਛਾ ਇੱਕ ਹੋਰ ਮਾਰ ਪੈਣੀ ਹੈ ਸਭ ਤੋਂ ਵੱਡੀ, ਕਰਜ਼ਾ ਬਜ਼ੁਰਗ ਦੇ ਨਾਂ ਤੇ ਹੈ।
ਤੇ ਜ਼ਮੀਨ ਬਜ਼ੁਰਗ ਦੇ ਨਾਂ ਤੇ ਹੈ। ਜੇ ਉਸ ਨਾਂ ਤੇ ਆ ਗਈ ਤੇ ਬੈਂਕਾਂ ਨੇ ਪੈਸੇ ਕੱਟ ਲੈਣੇ ਤੇ ਲੱਭੂ ਦਾ ਕਿਸੇ ਨੂੰ ਕੁਝ ਨਹੀਂ, ਅੱਗੇ ਹੋਰ ਖੁਦਕੁਸ਼ੀ ਵੱਧ ਜੂ। ਇਸ ਲਈ ਇਹ ਸਿਸਟਮ ਨਾਲ ਛੇੜਛਾੜ ਕਰਨਾ ਇੱਕ ਬਹੁਤ ਕਿਸਾਨ ਵਿਰੋਧੀ ਸਟੈਪ ਹੈ। ਅਸੀਂ ਇਹਦੇ ਖਿਲਾਫ ਹੈ। ਪੇਮੈਂਟ ਜਿਸ ਤਰ੍ਹਾਂ ਕਿਸਾਨ ਲੈਣਾ ਚਾਹਵੇ ਉਸ ਤਰ੍ਹਾਂ ਹੋਣੀ ਚਾਹੀਦੀ। ਆਮ ਆਦਮੀ ਪਾਰਟੀ ਵੱਲੋਂ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਦੇ ਫੈਸਲੇ ਨਾਲ ਕਿਸਾਨ ਅਤੇ ਆੜ੍ਹਤੀਏ ਦਾ ਪੁਰਾਣਾ ਰਿਸ਼ਤਾ ਟੁੱਟ ਜਾਵੇਗਾ। देखो मैं समझदा केंद्र सरकार सीधा दखल दे रही है, सीधा मैं समझदा किते ना किते जिहड़े तिन्ने काले कानून ने गी ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਐਕਸਰਸਾਈਜ਼ ਕਰ ਰਹੀ ਹੈ। ਔਰ ਇੱਕ ਬਹੁਤ ਲੰਬੇ ਅਰਸੇ ਤੋਂ ਚੱਲਿਆ ਆ ਰਿਹਾ 9 ਮਾਸ ਦਾ ਰਿਸ਼ਤਾ ਆੜ੍ਹਤੀਆਂ ਦਾ ਤੇ ਕਿਸਾਨਾਂ ਦਾ ਨੂੰ ਤੋੜਿਆ ਜਾ ਰਿਹਾ ਹੈਗਾ। ਔਰ ਰਿਕਾਰਡ ਜਿਹੜਾ ਹੈਗਾ ਰਿਕਾਰਡ ਲਿਆ ਜਾ ਰਿਹਾ ਹੈਗਾ। ਰਿਕਾਰਡ ਲੈ ਕੇ ਮੈਂ ਸਮਝਦਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਜਿਹੜੇ ਆਪਣੀਆਂ ਜ਼ਮੀਨਾਂ ਠੇਕੇ ਦਿੰਦੇ ਨੇਗੇ, ਚਾਹੇ ਉਹ ਮੁਲਾਜ਼ਮ ਨੇ ਜਾਂ ਕੋਈ ਬਿਜ਼ਨਸਮੈਨ ਨੇ। ਹਰੇਕ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ 50% ਜਿਹੜੀ ਪ੍ਰਾਪਰਟੀ ਆ 50% ਜਿਹੜੀ ਐਗਰੀਕਲਚਰ ਲੈਂਡ ਆ ਉਹ ਠੇਕੇ ਦਿੱਤੀ ਹੋਈ ਆ। ਔਰ ਇੰਨੇ ਕੁ ਲੋਕਾਂ ਦੇ ਰਿਲੇਸ਼ਨ ਨੇਗੇ, ਇੰਨਾ ਕੁ ਆਪਸੀ ਭਾਈਚਾਰਾ ਹੈਗਾ ਕਿ ਉਹ ਮੈਂ ਸਮਝਦਾ ਲਿਖਤ ਨਹੀਂ ਹੁੰਦੀ ਕਿਤੇ ਵੀ, ਉਹ ਵਰਬਲੀ ਦਿੱਤੀ ਹੁੰਦੀ ਹੈ ਕਿ ਉਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਇੱਕ ਆਪਸੀ ਜਿਹੜਾ ਤਕਰਾਰਬਾਜ਼ੀ ਸ਼ੁਰੂ ਹੋਊਗੀ। ਸਾਫ਼ ਹੈ ਐਫਸੀਆਈ ਦੀ ਚਿੱਠੀ ਬਾਅਦ ਸੂਬੇ ਦੀ ਸਿਆਸਤ ਵੀ ਗਰਮਾ ਗਈ ਹੈ। ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਇੱਕ ਸੁਰ ਦੇ ਵਿੱਚ ਬੀਜੇਪੀ ਨੂੰ ਘੇਰ ਰਹੀਆਂ ਨੇ। ਹਾਲਾਂਕਿ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਫੈਸਲਾ ਕਿਸਾਨਾਂ ਦੇ ਹਿੱਤ 'ਚ ਹੈ। ਹੁਣ ਰੋਕਦੇ ਇੱਕ ਹੋਰ ਬ੍ਰੇਕ ਲਈ ਤੇ ਬ੍ਰੇਕ ਤੋਂ ਬਾਅਦ ਐਫਸੀਆਈ ਦੇ ਫੈਸਲੇ ਤੇ ਮਾਹਿਰਾਂ ਦੇ ਖਦਸ਼ੇ ਜਾਣਾਂਗੇ। ਐਫਸੀਆਈ ਦੇ ਫੈਸਲੇ ਬਾਅਦ ਮਾਹਿਰ ਕਈ ਖਦਸ਼ੇ ਜਤਾ ਰਹੇ ਨੇ। ਛੋਟੀ ਕਿਸਾਨੀ ਦਾ ਕੀ ਬਣੇਗਾ? ਐਨਆਰਆਈ ਲੋਕਾਂ ਦੀ ਜ਼ਮੀਨ ਬਾਰੇ ਕਿਸਾਨਾਂ ਦਾ ਕੀ ਹੋਵੇਗਾ? ਵੱਡੀ ਗੱਲ, ਫੈਸਲੇ ਦੇ ਪਿੱਛੇ ਕਿਹੜੀ ਸਾਜ਼ਿਸ਼ ਨਜ਼ਰ ਆ ਰਹੀ ਹੈ? ਐਫਸੀਆਈ ਵੱਲੋਂ ਕਿਸਾਨਾਂ ਤੋਂ ਜ਼ਮੀਨੀ ਰਿਕਾਰਡ ਮੰਗਣ ਪਿੱਛੇ ਰਾਜਨੀਤਿਕ ਮਾਹਿਰ ਪ੍ਰੋਫੈਸਰ ਕੁਲਦੀਪ ਸਿੰਘ ਦਾ ਮੰਨਣਾ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਬਾਹਰੋਂ ਆ ਕੇ ਕੋਈ ਫਸਲ ਵੇਚੇ। ਅਜਿਹੇ ਜੋ ਜ਼ਮੀਨੀ ਰਿਕਾਰਡ ਮੁਤਾਬਕ ਫਸਲ ਖਰੀਦਣਾ ਚਾਹੁੰਦੇ ਨੇ ਕਿ ਦੇਖਿਆ ਪਿੱਛੇ ਇਹ ਗਿਆ ਕਿ ਬੜੀਆਂ ਕਣਕ ਝੋਨੇ ਬਾਹਰਲੇ ਸੂਬਿਆਂ 'ਚੋਂ ਆ ਕੇ ਪੰਜਾਬ ਵਿੱਚ ਵਿਕਦਾ ਰਿਹਾ, ਕਿਉਂਕਿ ਬਾਹਰਲੇ ਸੂਬਿਆਂ ਵਿੱਚ ਖਰੀਦੋ ਫਰੋਖਤ ਹੁੰਦੀ ਨਹੀਂ। ਇਸ ਕਰਕੇ ਕਿਸਾਨਾਂ ਨੂੰ ਵਾਜਬ ਭਾਅ ਨਹੀਂ ਮਿਲਦਾ, ਕਿਉਂਕਿ ਪੰਜਾਬ ਵਿੱਚ ਐਫਸੀਆਈ ਇਹਨਾਂ ਫਸਲਾਂ ਦੀ ਖਰੀਦੋ ਫਰੋਖਤ ਕਰਦੀ ਹੈ। ਇਸ ਕਰਕੇ ਉਹਨਾਂ ਨੂੰ ਵਾਜਬ ਭਾਅ ਮਿਲਦਾ। ਸੋ ਪਿੱਛੇ ਦੇਖਣ ਵਿੱਚ ਇਹ ਆਇਆ ਸੀ ਕਿ ਕਈ ਸੂਬਿਆਂ ਵਿੱਚੋਂ ਝੋਨਾ ਪੰਜਾਬ ਵਿੱਚ ਲਿਆ ਕੇ ਵੇਚਿਆ ਗਿਆ। ਸੋ ਐਫਸੀਆਈ ਨਹੀਂ ਚਾਹੁੰਦੀ ਕਿ ਉਹ ਰਿਕਾਰਡ ਤੋਂ ਵੱਧ ਫਸਲਾਂ ਖਰੀਦੇ। ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਪੰਜਾਬ 'ਚ ਵੱਡੀ ਗਿਣਤੀ ਐਨਆਰਆਈ ਦੀ ਹੈ। ਛੋਟੇ ਕਿਸਾਨ ਐਨਆਰਆਈ ਦੀ ਜ਼ਮੀਨ ਉੱਤੇ ਵਾਹੀ ਕਰਦੇ ਨੇ। ਇਹਨਾਂ ਹਾਲਾਤਾਂ 'ਚ ਸਥਿਤੀ ਗੁੰਝਲਦਾਰ ਹੈ। ਹੁਣ ਸਮੱਸਿਆ ਕੀ ਹੈਗੀ ਹੈ? ਸਮੱਸਿਆ ਇਹ ਹੈਗੀ ਆ ਕਿ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਐਨਆਰਆਈ ਦੀ ਹੈ। ਐਨਆਰਆਈ ਬਾਹਰਲੇ ਮੁਲਕਾਂ ਵਿੱਚ ਬੈਠੇ ਨੇ ਤੇ ਉਹਨਾਂ ਦੀ ਜਿਹੜੀ ਜ਼ਮੀਨ ਉਹ ਠੇਕੇ ਤੇ ਦਿੱਤੀ ਹੋਈ ਹੈ। ਯਾਨੀ ਕਿ ਜਿਹੜਾ ਛੋਟਾ ਕਿਸਾਨ ਹੈ ਜਿਹਦੀ ਗਿਣਤੀ ਪੰਜਾਬ ਵਿੱਚ ਬਹੁਤ ਵੱਡੀ ਹੈ, ਰਾਦਰ 2-2.5 ਏਕੜ ਵਾਲੇ 2/3 ਕਿਸਾਨ ਪੰਜਾਬ ਦੇ 2-2.5 ਏਕੜ ਵਾਲੇ ਨੇ। ਸੋ ਜਿਹੜੇ ਇਹ 2-2.5 ਏਕੜ ਵਾਲੇ ਕਿਸਾਨ ਨੇ, ਇਹ ਜਿਹੜੇ ਬਾਹਰ ਬੈਠੇ ਵੱਡੇ ਕਿਸਾਨ ਨੇ ਐਨਆਰਆਈ ਨੇ, ਉਹਦੀ ਜ਼ਮੀਨ ਪਾਉਂਦੇ ਨੇ। ਤੇ ਜਿਹੜੇ ਐਨਆਰਆਈ ਨੇ ਇਹ ਆਮ ਦੇਖਿਆ ਗਿਆ ਕਿ ਉਹ ਜ਼ਮੀਨ ਦਾ ਰਿਕਾਰਡ ਆਪਣੇ ਨਾਂ ਤੇ ਰੱਖਦੇ ਨੇ। ਸੋ ਜ਼ਮੀਨ ਉਹਨਾਂ ਦੇ ਨਾਂ ਤੇ ਹੈ, ਜਿਹੜੀ ਉਹਨਾਂ ਨੇ ਲੀਜ਼ ਤੇ ਦਿੱਤੀ ਆ ਉਹਦਾ ਕੋਈ ਰਿਕਾਰਡ ਹੈ ਨਹੀਂਗਾ। ਈਵਨ ਜਿਹੜੀ ਗਰਦੌਰੀ ਹੈਗੀ, ਜਿਹੜਾ ਰਿਕਾਰਡ ਹੁੰਦਾ ਕਿ ਕੌਣ ਕਲਟੀਵੇਟ ਕਰਦਾ ਹੈ, ਇਹ ਆਮ ਪੰਜਾਬ ਵਿੱਚ ਇਹ ਹੁੰਦਾ ਕਿ ਜਿਹੜਾ ਮਾਲਕ ਐਨਆਰਆਈ ਜਿਹਨੇ ਆਪਣੀ ਜ਼ਮੀਨ ਲੀਜ਼ ਤੇ ਦਿੱਤੀ ਹੈ, ਕਾਗਜ਼ਾਂ ਵਿੱਚ ਉਹ ਖੁਦ ਕਾਸ਼ਤਕਾਰ ਹੈ। ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਜ਼ਮੀਨ ਦੇ ਕਾਸ਼ਤਕਾਰ ਐਨਆਰਆਈ ਨੇ ਕਾਗਜ਼ਾਂ 'ਚ, ਅਸਲ ਵਿੱਚ ਉਹ ਜ਼ਮੀਨ ਠੇਕੇ ਤੇ ਲਈ ਹੈ ਛੋਟੇ ਜ਼ਮੀਨਦਾਰ ਨੇ। ਹੁਣ ਸਵਾਲ ਇਹ ਆ ਕਿ ਪੇਮੈਂਟ ਕਿਹਦੇ ਖਾਤੇ ਵਿੱਚ ਜਾਏਗੀ? ਪੇਮੈਂਟ ਤਾਂ ਫਿਰ ਉਸ ਵਿਅਕਤੀ ਦੇ ਖਾਤੇ ਵਿੱਚ ਜਾਏਗੀ ਜਿਸ ਵਿਅਕਤੀ ਦੇ ਨਾਂ ਹੇਠ ਜ਼ਮੀਨ ਬੋਲਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਕਾਸ਼ਤਕਾਰਾਂ ਦਾ ਪੈਸਾ ਉਹ ਜ਼ਮੀਨ ਦੇ ਮਾਲਕਾਂ ਦੇ ਖਾਤੇ ਵਿੱਚ ਚਲ ਜਾਏਗਾ। ਸੋ ਇੱਕ ਸਮੱਸਿਆ ਇਹ ਹੈ। ਜਦੋਂ ਐਫਸੀਆਈ ਵੱਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੀ ਗੱਲ ਕਹੀ ਜਾ ਰਹੀ ਹੈ ਤਾਂ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਪੰਜਾਬ ਦੇ ਛੋਟੇ ਕਿਸਾਨਾਂ ਦਾ ਕੀ ਬਣੇਗਾ, ਜਿਹੜੇ ਸਾਰਾ ਸਾਲ ਆੜ੍ਹਤੀ ਉੱਤੇ ਨਿਰਭਰ ਰਹਿੰਦੇ ਨੇ।
ਕਿ ਜਿਹੜੇ ਇਹ ਛੋਟੇ ਕਿਸਾਨ ਨੇ ਇਹਨਾਂ ਦੀ ਬਹੁਤ ਜ਼ਿਆਦਾ ਆੜ੍ਹਤੀਏ ਤੇ ਡਿਪੈਂਡੈਂਸ ਰਹਿੰਦੀ ਹੈ। ਯਾਨੀ ਕਿ ਫਸਲਾਂ ਦਾ ਸਾਰਾ ਸਾਲ 'ਚ ਇਹਨਾਂ ਨੇ 2 ਵੇਚਣੀਆਂ ਨੇ ਤੇ ਇਹਨਾਂ ਦੀ ਖਰੀਦ ਖਾਦ ਕੱਪੜਾ ਜਿਹੜੀਆਂ ਦਵਾਈਆਂ ਪੈਸਟੀਸਾਈਡਸ ਇਹ ਸਾਰਾ ਸਾਲ ਖਰੀਦਦੇ ਰਹਿੰਦੇ ਨੇ। ਆਮ ਤੌਰ ਤੇ ਇਹ ਪੈਟਰਨ ਪੰਜਾਬ 'ਚ ਦੇਖਿਆ ਗਿਆ ਕਿ ਜਿਹੜੇ ਆੜ੍ਹਤੀਏ ਨੇ ਉਹਨਾਂ ਦੀਆਂ ਖਾਦ ਦੀਆਂ ਦੁਕਾਨਾਂ ਵੀ ਨੇ, ਉਹਨਾਂ ਦੀਆਂ ਪੈਸਟੀਸਾਈਡ ਦੀਆਂ ਦੁਕਾਨਾਂ ਵੀ ਨੇ, ਉਹਨਾਂ ਦੀਆਂ ਕੱਪੜੇ ਦੀਆਂ ਦੁਕਾਨਾਂ ਵੀ ਨੇ। ਸੋ ਇਸ ਕਰਕੇ ਕਿਸਾਨਾਂ ਦਾ ਤੇ ਆੜ੍ਹਤੀਏ ਦਾ ਹਿਸਾਬ ਕਿਤਾਬ ਸਾਰਾ ਸਾਲ ਚੱਲਦਾ ਰਹਿੰਦਾ ਹੈ। ਜਿਹੜਾ ਉਹ ਹਿਸਾਬ ਕਿਤਾਬ ਚੱਲਦਾ ਰਹਿੰਦਾ ਹੈ ਉਹਦੀ ਜਿਹੜੀ ਸੈਟਲਮੈਂਟ ਹੈਗੀ ਹੈ ਉਹ ਦੋਨਾਂ ਫਸਲਾਂ 'ਚ ਹੁੰਦੀ ਹੈ। ਹੁਣ ਜਦੋਂ ਪੈਸਾ FCI ਨੇ ਕਾਸ਼ਤਕਾਰ ਦੇ ਕਿਸਾਨ ਦੇ ਖਾਤੇ ਵਿੱਚ ਸਿੱਧਾ ਟਰਾਂਸਫਰ ਕਰਤਾ, ਫਿਰ ਵਾਪਸ ਆੜ੍ਹਤੀਏ ਦੀ ਪੇਮੈਂਟ ਕੌਣ ਕਰੇਗਾ? ਹਾਂਜੀ, ਸੋ ਉਸ ਪੇਮੈਂਟ ਨੂੰ ਡਿਲੇ ਹੋਏਗੀ, ਉਸ ਪੇਮੈਂਟ ਨੂੰ ਨੁਕਤਾਚੀਨੀ ਹੋਏਗੀ, ਉਹ ਇਸ ਕਰਕੇ ਆੜ੍ਹਤੀਏ ਦਾ ਨੁਕਸਾਨ ਹੋਏਗਾ। ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਸਰਕਾਰ ਦੇ ਫੈਸਲੇ ਪਿੱਛੇ ਵੱਡੀ ਸਾਜ਼ਿਸ਼ ਹੈ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਸ ਗੱਲ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਸਾਜ਼ਿਸ਼ ਇਨ ਦਾ ਸੈਂਸ, ਜਦੋਂ ਸਰਕਾਰ ਨੇ 3 ਕਾਨੂੰਨ ਲੈ ਕੇ ਆਂਦੇ, ਉਹਦੇ 'ਚ ਸਰਕਾਰ ਨੇ ਕਿਹਾ ਕਿ ਜੀ ਸਰਕਾਰੀ ਮੰਡੀਆਂ ਦੇ ਨਾਲ ਪ੍ਰਾਈਵੇਟ ਮੰਡੀਆਂ ਹੋਣਗੀਆਂ। ਜਿਹੜੀਆਂ ਪ੍ਰਾਈਵੇਟ ਮੰਡੀਆਂ ਨੂੰ ਕਿਸਾਨ ਟਰਸਟ ਨਹੀਂ ਕਰਦਾ, ਸਰਕਾਰ ਨੇ ਤੇ ਇਹ ਕਹਿਤਾ ਨਾ ਕਿ ਜੀ ਪ੍ਰਾਈਵੇਟ ਮੰਡੀਆਂ 'ਚ ਜੇ ਤੁਹਾਨੂੰ ਵੱਧ ਭਾਅ ਮਿਲੇਗਾ ਤੇ ਤੁਸੀਂ ਉੱਥੇ ਫਸਲ ਵੇਚ ਲਓ, ਸਰਕਾਰੀ ਮੰਡੀ 'ਚ ਤੁਹਾਨੂੰ ਵੱਧ ਭਾਅ ਮਿਲਦਾ ਉੱਥੇ ਵੇਚ ਲਓ। ਪਰ ਪ੍ਰਾਈਵੇਟ ਮੰਡੀ ਨੂੰ ਕਿਸਾਨ ਟਰਸਟ ਨਹੀਂ ਕਰਦਾ। ਕਿਸਾਨ ਰਾਦਰ ਇਹ ਕਹਿੰਦਾ ਹੈ ਕਿ ਇਹ ਜਿਹੜੇ 3 ਕਾਨੂੰਨ ਨੇ ਇਹ ਸਾਜ਼ਿਸ਼ ਹੈ ਸਰਕਾਰੀ ਮੰਡੀਆਂ ਨੂੰ ਖਤਮ ਕਰਕੇ ਪ੍ਰਾਈਵੇਟ ਮੰਡੀਆਂ ਨੂੰ ਲੈ ਕੇ ਆਉਣਾ, ਤੇ ਕਿਸਾਨ ਜਦੋਂ ਪ੍ਰਾਈਵੇਟ ਮੰਡੀ ਦੇ ਰਹਿਮੋ ਕਰਮ ਤੇ ਆ ਗਿਆ ਫਿਰ ਕਿਸਾਨ ਦੀ ਐਕਸਪਲੋਇਟੇਸ਼ਨ ਹੋਏਗੀ। ਹੁਣ ਤੁਸੀਂ ਕਹੋਗੇ ਕਿ ਇਹ ਸਿਸਟਮ ਆੜ੍ਹਤੀ ਸਿਸਟਮ ਨੂੰ ਕਿੱਦਾਂ ਬਰਬਾਦ ਕਰੇਗਾ? ਜਦੋਂ ਪੇਮੈਂਟ ਦੇ ਕੰਟੈਕਸ ਵਿੱਚ ਆੜ੍ਹਤੀਏ ਦੀ ਜਿਹੜੀ ਅਦਾਇਗੀ ਨਾ ਹੋਈ, ਫਿਰ ਆੜ੍ਹਤੀਆ ਤਾਂ ਮਰ ਗਿਆ, ਆੜ੍ਹਤੀਆ ਤਾਂ ਟੁੱਟ ਗਿਆ। ਜਦੋਂ ਆੜ੍ਹਤੀਆ ਟੁੱਟ ਗਿਆ, ਆੜ੍ਹਤੀਆ ਫਾਈਨੈਂਸ਼ੀਅਲੀ ਟੁੱਟ ਗਿਆ, ਫਿਰ ਸਮਝੋ ਸਰਕਾਰੀ ਮੰਡੀ ਵੀ ਟੁੱਟ ਗਈ, ਕਿਉਂਕਿ ਸਰਕਾਰੀ ਮੰਡੀ ਤਾਂ ਆੜ੍ਹਤੀਆ ਕਰਕੇ ਚੱਲਦੀ ਹੈ। ਹਾਂਜੀ, ਆੜ੍ਹਤੀਏ ਦੇ ਇੱਕ ਤਰ੍ਹਾਂ ਦਾ ਉਹਦਾ ਸੈਂਟਰਲ ਪੁਆਇੰਟ ਨੇ। ਸੋ ਜੇ ਆੜ੍ਹਤੀਆ ਸਰਕਾਰੀ ਮੰਡੀ 'ਚੋਂ ਨਿਕਲ ਜਾਂਦਾ ਹੈ ਤੇ ਫਿਰ ਸਰਕਾਰੀ ਮੰਡੀ ਲੌਂਗ ਰਨ ਵਿੱਚ ਚੱਲੇ ਉਹਦੇ ਤੇ ਵੀ ਸਵਾਲੀਆ ਚਿੰਨ੍ਹ ਖੜੇ ਹੋ ਜਾਂਦੇ ਨੇ। FCI ਮੁੱਖ ਤੌਰ ਉੱਤੇ ਕਣਕ ਅਤੇ ਝੋਨਾ ਖਰੀਦਦੀ ਹੈ। ਪੰਜਾਬ ਵਿੱਚੋਂ FCI ਦੀ ਖਰੀਦ ਵੱਡੇ ਪੱਧਰ ਦੀ ਹੈ ਜੋ ਪੰਜਾਬ ਸਰਕਾਰ ਨਾਲ ਮਿਲ ਕੇ ਕਰਦੀ ਹੈ। ਇਹਨਾਂ तमाम ਸਵਾਲਾਂ 'ਚ ਸਰਕਾਰ ਦਾਅਵਾ ਕਰ ਰਹੀ ਹੈ ਕਿ ਖਰੀਦ ਪ੍ਰਬੰਧਾਂ 'ਚ ਪਾਰਦਰਸ਼ਤਾ ਲਿਆਂਦੀ ਜਾ ਰਹੀ ਹੈ। ਫਿਰ ਲੋੜ ਹੈ ਕੇਂਦਰ ਇਹਨਾਂ ਸਾਰੇ ਖਦਸ਼ਿਆਂ ਨੂੰ ਦੂਰ ਕਰੇ। ਫਿਲਹਾਲ ਦੇ ਲਈ ਇਹਨਾਂ ਹੀ ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ABP ਸਾਂਝਾ।